बहुत बहुत स्वागत है। ਤਾਂ ਕਿਰਪਾ ਕਰਕੇ ਸਾਈਡਾਂ ਤੇ ਖੜੇ ਬੰਦੇ ਪਲੀਜ਼। ਪੰਜਾਬ ਸਰਕਾਰ ਪੰਜਾਬ ਦੇ ਆਮ ਲੋਕਾਂ ਦੀ ਸਰਕਾਰ ਹੈ ਤੇ ਹਰ ਆਮ ਨਾਗਰਿਕ ਨੂੰ ਚਾਹੇ ਉਹ ਕਿਸੇ ਵਰਗ ਦਾ ਉਹਨਾਂ ਨੂੰ ਬਰਾਬਰਤਾ ਦੇ ਹੱਕ ਤੇ ਉਹਨਾਂ ਨੂੰ ਸਹੂਲਤਾਂ ਪ੍ਰਦਾਨ ਪੰਜਾਬ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਕਿਉਂਕਿ ਪੰਜਾਬ ਦੇ ਲੋਕਾਂ ਦੀ ਸਰਕਾਰ ਹੈ। ਕਰਮਚਾਰੀਆਂ ਦਾ ਵਿਸ਼ਵਾਸ ਸਰਕਾਰ ਦੇ ਵਿੱਚ ਹੋਣਾ ਚਾਹੀਦਾ ਹੈ। ਉਹਦੇ ਵਾਸਤੇ ਅਸੀਂ ਕਰਮਚਾਰੀਆਂ ਦੇ ਪਹਿਲਾਂ ਡੀਏ ਵੀ ਦਿੱਤੇ ਹੈ, ਉਹਨਾਂ ਨੇ ਹੜਤਾਲ ਵਾਪਸ ਲਈ ਹੈ, ਉਹਦੇ ਲਈ ਉਹਨਾਂ ਦਾ ਧੰਨਵਾਦੀ ਹਾਂ। ਤੇ ਅੱਜ ਇੱਕ ਅਹਿਮ ਫੈਸਲਾ ਕਰਕੇ ਪੰਜਾਬ ਸਰਕਾਰ ਦੀ ਕੈਬਨਿਟ ਨੇ 36,000 ਇੰਪਲਾਈਜ਼ ਨੂੰ ਪੱਕੇ ਕਰਨ ਦਾ ਫੈਸਲਾ ਕੀਤਾ ਹੈ। ਇਹਦੀ ਡਿਟੇਲਸ ਅਸੀਂ ਵਿਧਾਨ ਸਭਾ ਦੇ ਵਿੱਚ ਇੱਕ ਬਿੱਲ ਦੇ ਰਾਹੀਂ ਲਿਆ ਕੇ ਤੁਹਾਨੂੰ ਦੇਵਾਂਗੇ। ਸੋ ਇਹ ਕਰਮਚਾਰੀਆਂ ਲਈ ਇੱਕ ਬਹੁਤ ਬੜਾ ਤੋਹਫਾ ਹੈ ਕਿ ਅਸੀਂ 36,000 ਕਰਮਚਾਰੀਆਂ ਨੂੰ ਪੱਕਾ ਕਰਨ ਜਾ ਰਹੇ ਹਾਂ। ਇਸ ਦੇ ਨਾਲ ਹੀ ਪੰਜਾਬ ਦੇ ਵਿੱਚ ਜਿਹੜੇ ਡੀਸੀ ਰੇਟ ਹੈ ਉਹ ਘੱਟ ਹੈ, ਜਿਹਦੇ ਨਾਲ ਤਨਖਾਹਾਂ ਘੱਟ ਮਿਲ ਰਹੀਆਂ। ਪੰਜਾਬ ਸਰਕਾਰ ਨੇ ਇਕੱਲੇ ਸਰਕਾਰੀ ਕਰਮਚਾਰੀਆਂ ਦੇ ਨਹੀਂ, ਪ੍ਰਾਈਵੇਟ ਦੇ ਵੀ ਮਿਨੀਮਮ ਵੇਜ ਹੈ ਜਿਹੜੇ ਉਹ ਵਧਾਉਣ ਦਾ ਫੈਸਲਾ ਕੀਤਾ ਹੈ ਤੇ 415 ਰੁਪਏ 99 ਪੈਸੇ ਪੰਜਾਬ ਸਰਕਾਰ ਜਿਹੜਾ ਰੇਟ ਹੈ 1 ਮਾਰਚ 2020 ਤੋਂ ਪਿੱਛੇ ਤੋਂ ਵਧਾਉਣ ਜਾ ਰਹੀ ਹੈ। ਵਧਾ ਦਿੱਤੇ, ਮਤਲਬ ਕੈਬਨਿਟ 'ਚ ਪਾਸ ਹੋ ਗਿਆ ਹੈ ਤੇ ਇਹਦੇ ਨਾਲ 1 ਮਾਰਚ ਤੋਂ ਲੈ ਕੇ ਅੱਜ ਤੱਕ ਦੇ ਡੀਸੀ ਰੇਟ ਮਿਨੀਮਮ ਵੇਜ ਹੈ ਜਿਹੜੇ ਉਹਦੇ ਬਕਾਏ ਵੀ ਮਿਲਣਗੇ ਤੇ ਅੱਗੇ ਨੂੰ ਵੀ ਜਿਹੜਾ 415 ਰੁਪਈਆ ਰੇਟ ਹੈ ਮਿਨੀਮਮ ਵੇਜ ਹੈ ਉਹ ਵੱਧ ਜਾਏਗਾ। ਇਹਦੇ ਨਾਲ ਆਊਟਸੋਰਸ ਖਾਸ ਤੌਰ ਤੇ ਜਿਹੜੇ ਜਿੰਨੇ ਮੁਲਾਜ਼ਮ ਹੈ ਜਾਂ ਫੈਕਟਰੀਆਂ ਦੇ ਵਿੱਚ ਜਿੰਨੇ ਮੁਲਾਜ਼ਮ ਲੱਗੇ ਹੋਏ ਆ, ਕੰਮ ਕਰਦੇ ਆ, ਪ੍ਰਾਈਵੇਟ ਕੰਮ ਕਰਦੇ ਆ, ਉਹਨਾਂ ਨੂੰ ਫਾਇਦਾ ਹੋਏਗਾ। ਜਿਹੜੀ ਸਾਡੀ ਸੋਚ ਸੀ ਕਿ ਬਹੁਤ ਘੱਟ ਤਨਖਾਹ ਮਿਲਦੀ ਹੈ ਉਸ ਨੂੰ ਅਸੀਂ ਆਪਣੀ ਨੂੰ ਅੱਗੇ ਵਧਾ ਕੇ ਤਨਖਾਹ ਵਧਾਈ ਹੈ। ਪੰਜਾਬ ਦੇ ਵਿੱਚ ਹਮੇਸ਼ਾ ਇਹ ਗੱਲ ਰਹੀ ਹੈ ਕਿ ਰੇਤ ਮਾਫੀਏ ਦਾ ਰਾਜ ਹੈ। ਤੁਸੀਂ ਕਿਸੇ ਦਰਿਆ ਤੇ ਚਲੇ ਜਾਓ, ਪਹਿਲਾਂ ਜਿਹੜਾ ਰੇਤਾ 16 ਰੁਪਏ ਤੋਂ ਲੈ ਕੇ 22 ਰੁਪਏ ਤੱਕ ਨਦੀ ਜਾਂ ਦਰਿਆਵਾਂ ਦੇ ਵਿੱਚ ਵਿਕਦਾ ਸੀ, ਹਾਲਾਂਕਿ ਰੇਟ 9 ਰੁਪਏ ਸੀ। ਅੱਜ ਸਰਕਾਰੀ ਰੇਟ 9 ਰੁਪਏ ਹੈ। ਐਸੀ ਆਪਣੀ ਸਰਕਾਰ ਆਉਣ ਤੋਂ ਬਾਅਦ ਬਿਲਕੁਲ ਸਿੱਧਾ ਕਰਤਾ ਕੰਮ। ਤੁਸੀਂ ਕਿਸੇ ਦਰਿਆ ਤੇ ਚਲੇ ਜਾਓ, ਅੱਜ 9 ਰੁਪਏ ਰੇਟਾ ਮਿਲ ਰਿਹਾ, ਲੇਕਿਨ ਇਹ ਵੀ ਮਹਿੰਗਾ ਹੈ। ਇਸ ਕਰਕੇ ਅੱਜ ਅਸੀਂ ਫੈਸਲਾ ਕੀਤਾ ਹੈ ਕਿ ਹਰ ਦਰਿਆ ਜਾਂ ਖੱਡ ਤੇ ਰੇਤੇ ਦਾ ਰੇਟ 5 ਰੁਪਏ 50 ਪੈਸੇ ਹੋਏਗਾ। ਇਹਦੇ ਵਿੱਚ ਇਹ ਵੀ ਸਰਕਾਰ ਦੇ ਸਾਰੇ ਪੈਸੇ ਨਹੀਂ ਹੈ ਜਾਂ ਠੇਕੇਦਾਰ ਦੇ ਨਹੀਂ ਹੈ, ਇਹਦੇ ਵਿੱਚ ਜ਼ਿਮੀਂਦਾਰ ਜਿਹਦੀ ਜ਼ਮੀਨ ਦਰਿਆ, ਕਿਉਂਕਿ ਦਰਿਆ ਹੈ ਜਿਹੜਾ ਉਹ 90% ਜਾਂ 80% ਜ਼ਿਮੀਂਦਾਰਾਂ ਦਾ ਹੈ, ਉਹਦੀ ਮਾਲਕੀਅਤ ਜ਼ਿਮੀਂਦਾਰਾਂ ਦੀ ਹੈ। ਜਿਹਦੀ ਜ਼ਮੀਨ ਆ ਉਹ ਵੀ ਪੈਸੇ ਭਾਲਦਾ ਹੈ, ਉਹਨੂੰ ਵੀ ਪਹਿਲਾ ਰੇਟ ਮਿਲਦਾ ਹੈ। ਇਹਦੇ ਜ਼ਿਮੀਂਦਾਰ ਦੇ ਪੈਸੇ ਵੀ ਹੋਣਗੇ, ਇਹਦੇ ਵਿੱਚ ਭਰਾਈ ਵੀ ਹੋਏਗੀ। ਜਿਹੜੀ ਭਰਾਈ ਹੈ ਉਹ ਵੀ 5.5 ਰੁਪਏ 'ਚ ਹੋਏਗੀ। ਜਿਹੜਾ ਠੇਕੇਦਾਰ ਹੈ ਉਹ ਰਸਤਾ ਬਣਾ ਕੇ ਦੇਗਾ, ਗੱਡੀ ਕੋਈ ਫਸ ਗਈ ਉਹਨੂੰ ਕੱਢੇਗਾ, ਸਾਰਾ ਕੰਮ ਉਹਦਾ ਹੋਏਗਾ, ਸਿਸਟਮ ਉਹ ਚਲਾਏਗਾ, ਕੰਡਾ ਉਹ ਲਗਾਏਗਾ, ਭਰਤੀ ਉਹ ਕਰੇਗਾ। ਇਹ ਸਾਰਾ ਕੁਝ ਵਿੱਚੇ ਜ਼ਮੀਨ ਦੇ ਪੈਸੇ, ਵਿੱਚੇ ਭਰਾਈ, ਵਿੱਚੇ ਸਦਾਈ, ਸਾਰਾ ਕੁਝ 5.5 ਰੁਪਏ 'ਚ, ਜਿਹੜਾ 9 ਰੁਪਏ 'ਚ ਪਹਿਲਾਂ ਮਿਲਦਾ ਸੀ। ਸਰਕਾਰੀ ਰੇਟ 9 ਸੀ ਪਰ 16 ਤੋਂ 22 ਰੁਪਏ ਤੱਕ ਪਹਿਲਾਂ ਵਿਕਦਾ ਰਿਹਾ। ਪਹਿਲਾਂ ਮੈਂ ਐਕਸਪੈਰੀਮੈਂਟ ਕੀਤਾ ਕਿ ਕਿਆ ਜੇ ਮੈਂ ਮੁੱਖ ਮੰਤਰੀ ਬਣ ਗਿਆ, ਸਾਡੀ ਸਰਕਾਰ ਨਵੀਂ ਆ ਗਈ, ਕਾਂਗਰਸ ਦੀ ਸਰਕਾਰ ਆਈ ਦੁਬਾਰੇ ਤੋਂ, ਕਿਆ ਮੈਂ ਇਹ ਕਰ ਸਕਦਾ ਕਿ 9 ਰੁਪਏ ਪਰ ਵਿਕੇ। ਇਹ ਮੈਂ ਟੈਸਟ ਕੀਤਾ। ਉਹਦੇ ਵਾਸਤੇ ਸਾਰੇ ਐਸਐਸਪੀ ਡੀਸੀਆਂ ਨੂੰ ਬੁਲਾ ਕੇ ਮੀਟਿੰਗ ਕਰਕੇ ਕਿਹਾ ਕਿ ਜਾਂ ਮੈਂ ਨਹੀਂ ਹੈ ਜਾਂ 9 ਰੁਪਏ ਰੇਤਾ ਨਹੀਂ ਹੈ। ਅੱਜ ਕੋਈ ਪੰਜਾਬ ਦਾ ਬੰਦਾ ਹੱਥ ਖੜਾ ਕਰਕੇ ਕਹਦੇ ਕਿ ਦਰਿਆ ਤੇ 9 ਰੁਪਏ ਨਹੀਂ ਵਿਕਦਾ ਤਾਂ ਮੈਂ ਜ਼ਿੰਮੇਵਾਰ। ਲੇਕਿਨ ਕੱਲ ਤੋਂ
5.5 ਵਿਕੇਗਾ। ਪਹਿਲਾਂ 5-7 ਹਜ਼ਾਰ ਰੁਪਏ ਟਰੱਕ ਸਸਤਾ ਹੋ ਚੁੱਕਿਆ। ਕੱਲ ਨੂੰ ਤੁਸੀਂ ਦੇਖਿਓ ਕਿੱਥੇ ਜਾਣਾ ਹੈ। ਲੇਕਿਨ ਮੈਂ ਕਲੀਅਰ ਕਰ ਦੇਣਾ ਚਾਹੁੰਦਾ, ਕਈਆਂ ਨੂੰ ਕਨਸੈਪਟ ਦੇ ਵਿੱਚ ਕਲੈਰਿਟੀ ਨਹੀਂ ਹੁੰਦੀ। ਪਿੰਡਾਂ ਦੇ ਵਿੱਚ ਇਹ ਦਰਿਆ ਦੇ ਉੱਪਰ ਦਾ ਰੇਟ ਹੈ। ਉਸ ਤੋਂ ਬਾਅਦ ਟਰਾਂਸਪੋਰਟ ਹੈ ਜਿਹੜੀ, ਉਹਨਾਂ ਨਾਲ ਵੀ ਅਸੀਂ ਗੱਲ ਕਰ ਰਹੇ ਕਿ ਮਿਨੀਮਮ ਟਰਾਂਸਪੋਰਟ ਲੱਗੇ ਤਾਂ ਕਿ ਜਿਹਨੇ ਘਰ ਬਣਾਉਣਾ ਹੈ ਉਹਨੂੰ ਰੇਤਾ ਘੱਟ ਤੇ ਘੱਟ ਰੇਟ ਤੇ ਮਿਲੇ। ਲੇਕਿਨ ਇਹ ਕਿਉਂਕਿ ਠੇਕਾ 31 ਮਾਰਚ ਤੱਕ ਦਿੱਤਾ ਹੋਇਆ ਪਹਿਲਾਂ ਤੋਂ, ਇਹ ਪਾਲਿਸੀ ਸਾਨੂੰ ਬਹੁਤ ਹੀ ਪਸੰਦ ਨਹੀਂ ਆ ਰਹੀ। ਪਰ ਸਾਨੂੰ ਕੋਰਟਾਂ ਕਚਹਿਰੀਆਂ ਤੋਂ ਬਚਣ ਲਈ ਫਿਲਹਾਲ ਅਸੀਂ ਇਹਨੂੰ ਬਹੁਤ ਘੱਟ ਕਰਤੇ ਲਿਆਏ ਹਾਂ। ਅਲਟੀਮੇਟਲੀ ਅਸੀਂ ਆਪਣਾ ਜਦ ਅਗਲਾ ਵਿਜ਼ਨ ਦੇਵਾਂਗੇ ਉਹਦੇ 'ਚ ਅਸੀਂ ਦੱਸਾਂਗੇ ਅਸੀਂ ਕਿਸ ਤਰ੍ਹਾਂ, ਉਹਦੇ ਸਾਡੀ ਪਾਰਟੀ ਡਿਸਾਈਡ ਕਰੇਗੀ ਕਿਸ ਤਰ੍ਹਾਂ ਅਸੀਂ ਅੱਗੇ ਨੂੰ ਰੇਤਾ ਵੇਚਣਾ ਤੇ ਕਿਸ ਤਰ੍ਹਾਂ ਕਰਨਾ ਹੈ। ਲੇਕਿਨ ਅੱਜ ਬਹੁਤ ਸਸਤਾ ਰੇਟ ਅਸੀਂ, ਜਿਹਦੇ 'ਚ ਭਰਾਈ ਵੀ ਹੈ, ਜਿਹਦੇ ਜ਼ਿਮੀਂਦਾਰ ਦੇ ਪੈਸੇ ਵੀ ਹੈ, ਜਿਹਦੇ ਸਧਾਈ ਵੀ ਹੈ, ਦਰਿਆ 'ਚੋਂ ਬਾਹਰ ਵੀ ਕੱਢਣਾ, ਉਹ ਅਸੀਂ ਰੇਟ 5.5 ਰੁਪਏ ਕਰਤਾ, ਜਿਹੜਾ ਕਿ 4 ਗੁਣਾ ਘੱਟ ਹੋਇਆ ਹੈ। ਸਾਡੀ ਉਹ ਪਿਛਲੀ ਸਰਕਾਰ ਤੇ ਪਿਛਲੀ ਬਾਦਲਾਂ ਦੀ ਸਰਕਾਰਾਂ ਨਾਲੋਂ ਤਾਂ ਸ਼ਾਇਦ ਇਹ 6 ਗੁਣਾ ਘੱਟ ਹੋ ਗਏ। ਸੋ ਇੱਕ ਵੱਡੀ ਰਾਹ ਦਿੱਤੀ। ਨਾਲ ਅੱਗੇ ਕਿਹਾ ਹੈ ਕਿ ਜ਼ਿਮੀਂਦਾਰ ਆਪਣੇ ਖੇਤ 'ਚੋਂ ਟਰਾਲੀ ਵੀ ਪਟਾਉਂਦਾ ਹੈ ਇੱਕ ਮਿੱਟੀ ਦੀ, ਜਾ ਕੇ ਜੀਪਾਂ ਲੈ ਕੇ ਖੜ ਜਾਂਦੇ ਕਿ ਜੀ ਲਿਆਓ ਰਿਓਲਟੀ। ਕਿਸੇ ਨੇ ਭਰਤ ਪਾਉਣਾ ਹੈ ਉਸ ਨੂੰ ਤੰਗ ਕਰਦੇ ਹੈ। ਐਸੀ ਇਹ ਕਰਤਾ ਹੈ ਕਿ ਮਿੱਟੀ ਕੋਈ ਜ਼ਿਮੀਂਦਾਰ ਆਪਣੇ ਖੇਤ 'ਚੋਂ ਪਟਾਉਂਦਾ ਹੈ। ਦੇਖੋ ਮੈਂ ਪਿੰਡਾਂ ਦੇ ਵਿੱਚ ਜਾਂਦਾ ਰਹਿੰਦਾ ਹੈ। ਪਿੰਡਾਂ 'ਚ ਕਿਹਾ ਕਿਸੇ ਨੇ ਵਿਆਹ ਕਰਨਾ ਹੈ ਤਾਂ ਤੰਗੀ ਹੁੰਦੀ ਹੈ, ਅਗਲਾ 2 ਫੁੱਟ ਮਿੱਟੀ ਚੁਕਾ ਦਿੰਦਾ ਹੈ, ਸਾਡੀ ਰਾਇਲਟੀ ਵਾਲੇ ਅੱਧੇ ਪੈਸੇ ਲੈ ਲੈਂਦੇ ਜਾ ਕੇ। ਹੁਣ ਅਸੀਂ ਬਿਲਕੁਲ ਕਲੀਅਰ ਕਰਤਾ ਹੈ ਕਿ ਕੋਈ ਜ਼ਿਮੀਂਦਾਰ ਆਪਣੀ 3 ਫੁੱਟ ਤੱਕ ਮਿੱਟੀ ਚੁਕਾਵੇ, ਕੋਈ ਪੈਸਾ ਨਹੀਂ ਲੈਣਾ ਕਿਸੇ ਨੇ, ਨਾ ਹੀ ਜਾਣਾ ਹੈ, ਨਾ ਕੋਈ ਮਨਜ਼ੂਰੀ ਦੀ ਲੋੜ ਹੈ। ਤੇ ਨਾਲ ਦੀ ਨਾਲ ਇੱਟਾਂ ਬੜੀਆਂ ਮਹਿੰਗੀਆਂ ਹੋ ਰਹੀਆਂ। ਉਹਦਾ ਇੱਕ ਬੜਾ ਕਾਰਨ ਇਹ ਹੈ ਕਿ ਉਹ ਮਾਈਨਿੰਗ ਪਾਲਿਸੀ ਲੱਗ ਜਾਂਦੀ ਉਹਦੇ ਤੇ, ਜਦੋਂ ਭੱਠੇ ਵਾਲਾ ਮਿੱਟੀ ਚੱਕਦਾ ਹੈ, ਜ਼ਿਮੀਂਦਾਰ ਤੋਂ ਭੱਠੇ ਵਾਲਾ ਮਿੱਟੀ ਲੈਂਦਾ, ਜ਼ਿਮੀਂਦਾਰ ਨੂੰ 4 ਪੈਸੇ ਆ ਜਾਂਦੇ 1 ਫੁੱਟ ਦੇ, ਲੇਕਿਨ ਅੱਧੇ ਪੈਸੇ ਮਾਈਨਿੰਗ ਵਾਲੇ ਲੈ ਜਾਂਦੇ। ਅੱਜ ਅਸੀਂ ਇਹ ਫੈਸਲਾ ਕਰ ਲਿਆ ਕਿ ਭੱਠਿਆਂ ਨੂੰ ਮਾਈਨਿੰਗ ਪਾਲਿਸੀ ਤੋਂ ਬਾਹਰ ਕਰ ਦੇਣਾ, ਜਿਹਦੇ ਨਾਲ ਭੱਠਾ ਵਾਲਾ ਜ਼ਿਮੀਂਦਾਰ ਨਾਲ ਸਿੱਧਾ ਕੰਟਰੈਕਟ ਕਰਕੇ ਉਦੋਂ ਮਿੱਟੀ ਲੈ ਲਵੇ। ਵਿੱਚ ਠੇਕੇਦਾਰੀ ਸਿਸਟਮ ਜਾਂ ਮਾਫੀਆ ਜਾਂ ਮਾਈਨਿੰਗ ਕੁਛ ਨਹੀਂ, ਫ੍ਰੀ ਹੋ ਗਿਆ ਇਹ ਕੰਮ ਪੰਜਾਬ 'ਚ ਅੱਜ ਤੋਂ ਬਾਅਦ। ਵੈਸੇ ਤਾਂ ਅਸੀਂ ਕਾਫੀ ਦਿਨਾਂ ਤੋਂ ਕਰ ਚੁੱਕੇ ਹਾਂ, ਲੇਕਿਨ ਅੱਜ ਤੋਂ ਬਾਅਦ ਤਾਂ ਜੇ ਕੋਈ ਮਿੱਟੀ ਵਾਲਾ ਭਰਤ ਪਾਉਣ ਜ਼ਿਮੀਂਦਾਰ ਮਿੱਟੀ ਚੁਕਾਉਂਦਾ ਕੋਈ ਤੰਗ ਕਰੇਗਾ ਤਾਂ ਮੈਂ ਜ਼ਿੰਮੇਵਾਰ ਹਾਂ, ਮੇਰਾ ਗਲਾ ਕੱਟਿਓ। ਜੇ 5.5 ਰੁਪਏ ਤੋਂ 1 ਪੈਸਾ ਵੀ ਰੇਤਾ ਵੱਧ ਵਿਕੇ ਤਾਂ ਮੈਂ ਜ਼ਿੰਮੇਵਾਰ ਹਾਂ। ਪਹਿਲਾਂ ਮੈਨੂੰ ਬਹੁਤ ਬੰਦੇ ਕਹਿੰਦੇ ਸੀ ਇਹ 9 ਰੁਪਏ ਵੀ ਨਹੀਂ ਤੁਸੀਂ ਕਰ ਸਕਦੇ, ਜੇ ਤਾਂ ਬਹੁਤ ਬੰਦੇ ਇਨਵੋਲਵ ਹੈ ਇਹਦੇ 'ਚ, ਪੁਲਿਸ ਇਨਵੋਲਵ ਹੈ ਇਹਦੇ 'ਚ, ਫਲਾਣਾ ਇਨਵੋਲਵ ਹੈ ਇਹਦੇ 'ਚ, ਢਿਮਕਾ 9 ਰੁਪਏ ਵਿਕ ਰਿਹਾ। ਇੰਪਲੀਮੈਂਟੇਸ਼ਨ ਜਿਹੜਾ ਲੀਡਰ, ਜਿਹੜੀ ਸਰਕਾਰ, ਜਿਹੜੀ ਪਾਰਟੀ ਰਾਜ ਨੂੰ ਚਲਾ ਰਹੀ ਹੈ ਉਹਦੀ ਵਿਲ ਤੇ ਹੈ। ਇਹ ਮੈਂ ਪਿਛਲੇ ਮੁੱਖ ਮੰਤਰੀਆਂ ਨੂੰ ਵੀ ਕਿਹਾ ਸੀ, ਜੇ ਸਾਡੀ ਕੈਬਨਿਟ, ਸਾਡਾ ਪਾਰਟੀ, ਸਾਡਾ ਮੁੱਖ ਮੰਤਰੀ ਚਾਹੁੰਦਾ ਕਿ ਜੀ ਇੰਪਲੀਮੈਂਟੇਸ਼ਨ ਕਾਨੂੰਨ ਦੀ ਹੋਵੇ ਤਾਂ ਹੁੰਦੀ ਹੈ। ਚੰਡੀਗੜ੍ਹ ਦੇ ਵਿੱਚ ਵੜਦੇ ਸਾਰੇ ਜੀ ਦੇਖਣ ਲੱਗ ਜਾਂਦੇ ਬੈਲਟ ਕਿੱਥੇ ਹੈ, ਇੰਪਲੀਮੈਂਟੇਸ਼ਨ ਹੈ ਚੰਡੀਗੜ੍ਹ 'ਚ ਕਾਨੂੰਨ ਦੀ। ਪੰਜਾਬ ਦੇ ਵਿੱਚ ਜੇ ਰੇਤਾ ਵੱਧ ਵਿਕਦਾ ਹੈ ਤਾਂ ਇੰਪਲੀਮੈਂਟੇਸ਼ਨ ਨਹੀਂ ਸੀ, ਵੰਡ ਕੇ ਖਾ ਰਹੇ ਸੀ ਉੱਪਰਲਾ ਪੈਸਾ। ਐਸੀ ਬਿਲਕੁਲ ਸਿੱਧਾ ਕਰਤਾ ਕੰਮ। ਕਿਸੇ ਦਰਿਆ ਪਰ ਚਲੇ ਜਾਓ, ਹੁਣ ਜੇ ਕਿਤੇ ਟਰਾਲੀਆਂ ਭਰ ਹੋ ਰਹੀਆਂ, ਕਿਤੇ ਮਿੱਟੀ ਚੱਕ ਹੋ ਰਹੀ ਹੈ ਤਾਂ ਉਹ ਮਾਫੀਆ ਨਹੀਂ ਹੈ, 5.5 ਰੁਪਏ 'ਚ ਵਿਕੇਗਾ ਔਰ ਸਹੀ ਰੇਟ ਦੇ ਵਿੱਚ ਵਿਕੇਗਾ। ਅਸੀਂ ਇਹ ਕਰਾਂਗੇ ਕਿ ਜਿੱਥੇ ਪਾਣੀ ਨਹੀਂ ਆਉਂਦਾ ਉੱਥੇ ਰੇਤਾ ਨਹੀਂ ਚੱਕਣਾ, ਕਿਉਂਕਿ ਉੱਥੇ ਫਿਰ ਖਦਾਨੇ ਬਣਨੇ, ਪਾਣੀ ਨੇ ਉਹਨੂੰ ਰੀਚਾਰਜ ਤਾਂ ਕਰਨਾ ਨਹੀਂ ਰੇਤੇ ਨੂੰ। ਇਸ ਕਰਕੇ ਜਿੱਥੇ ਜਿੱਥੇ ਪਾਣੀ ਆਉਂਦਾ, ਦਰਿਆਵਾਂ ਦੇ ਆਲਰੇਡੀ ਖੱਡਾਂ ਤੈਅ ਹੈ, ਹੋਰ ਵੀ ਕਰਾਂਗੇ, ਲੇਕਿਨ ਸਸਤਾ ਔਰ ਸਹੀ ਰੇਟ ਤੇ ਰੇਤਾ ਪਿੰਡਾਂ 'ਚ ਮਿਲੇਗਾ। ਮਿੱਟੀ ਦਾ ਕੋਈ ਮਾਫੀਆ ਨਹੀਂ ਹੋਏਗਾ, ਭੱਠੇ ਵਾਲਿਆਂ ਨੂੰ ਕੋਈ ਤੰਗ ਨਹੀਂ ਕਰੇਗਾ। ਇਸ ਤੋਂ ਇਲਾਵਾ ਇੱਕ ਫੈਸਲਾ ਅਸੀਂ ਹੋਰ ਅਹਿਮ ਲਿਆ ਕਿ ਜਿਹੜੇ ਪੰਜਾਬ ਦੇ ਇੰਸਟੀਟਿਊਸ਼ਨਲ ਟੈਕਸ ਪੰਜਾਬ ਤੇ ਲੱਗਿਆ ਹੋਇਆ ਸੀ, ਪੰਜਾਬ ਇੰਸਟੀਟਿਊਸ਼ਨਲ ਐਂਡ ਅਦਰ ਬਿਲਡਿੰਗਸ ਟੈਕਸ 2011 ਤੋਂ ਸੀ। ਉਸ ਦਿਨ ਮੈਨੂੰ, ਜਿਸ ਦਿਨ ਅਸੀਂ ਗਏ ਲੁਧਿਆਣੇ,
ਉਸ ਦਿਨ ਅਸੀਂ ਅਨਾਉਂਸ ਕੀਤਾ ਸੀ, ਅੱਜ ਕੈਬਨਿਟ ਨੇ ਪਾਸ ਕਰ ਦਿੱਤਾ। 2012 ਤੋਂ ਜਿੰਨਾ ਟੈਕਸ ਬਣਦਾ ਸੀ ਅਸੀਂ ਉਹ ਮਾਫ ਕਰ ਦਿੱਤਾ ਹੈ। ਅੱਗੇ ਨੂੰ ਵੀ ਇਹ ਟੈਕਸ ਹੈ ਜਿਹੜਾ ਪੰਜਾਬ ਤੇ ਨਹੀਂ ਲੱਗੇਗਾ। ਇਸ ਤੋਂ ਇਲਾਵਾ ਅਸੀਂ ਵਨ ਟਾਈਮ ਸੈਟਲਮੈਂਟ ਜਿਹੜੀ ਕੰਪਾਊਂਡੇਬਲ ਬਿਲਡਿੰਗਸ ਹੈਗੀਆਂ, ਜਿਹੜੀਆਂ ਸ਼ਹਿਰਾਂ ਦੇ ਵਿੱਚ ਇਹ ਵੱਡੀ ਰਾਹਤ ਦੇ ਰਹੇ ਹੈ ਕਿ ਜਿਹੜੀਆਂ ਬਿਲਡਿੰਗਾਂ ਬਣ ਗਈਆਂ ਉਹਦੇ ਪਰ ਕਿਸੇ ਨੇ ਚਵਾਰਾ ਪਾ ਲਿਆ, ਕਿਸੇ ਨੇ ਹਾਈਟ ਜ਼ਿਆਦਾ ਵਧਾ ਲਈ ਜਾਂ ਕਿਸੇ ਨੇ ਬਾਹਰ ਨੂੰ ਥੋੜਾ ਬਹੁਤਾ ਕੱਢ ਲਿਆ। ਜਿਹੜਾ ਕੁਝ ਕੰਪਾਊਂਡੇਬਲ ਹੈ ਉਹਨਾਂ ਨੂੰ ਅਸੀਂ ਰੇਟ ਵੀ ਘਟਾ ਦਿੱਤੇ ਆ 25%। ਉਹਨਾਂ ਨੂੰ ਦੁਬਾਰੇ ਲੀਗਲਾਈਜ਼ ਕਰਨ ਦਾ ਇੱਕ ਵਨ ਟਾਈਮ ਪਾਲਿਸੀ ਲੈ ਕੇ ਆਏ ਹੈ, ਜਿਹੜੀ ਕਿ ਕੱਲ ਤੋਂ ਚਾਲੂ ਹੋ ਜਾਏਗੀ। ਇਸ ਦੇ ਨਾਲ ਇਹ ਸਾਡੇ ਅੱਜ ਦੇ ਐਲਾਨ ਹੈ ਜਿਹੜੇ ਕਿ ਅਸੀਂ ਵੱਡੀ ਰਾਹਤ ਪੰਜਾਬ ਦੇ ਲੋਕਾਂ ਨੂੰ ਦਿੱਤੀ ਹੈ। ਸਾਡੇ ਐਡਵੋਕੇਟ ਜਨਰਲ ਸਾਹਿਬ ਨੇ, ਤੁਹਾਨੂੰ ਤੁਸੀਂ ਜਾਣਦੇ ਹੋ, ਕਾਫੀ ਦਿਨਾਂ ਤੋਂ ਅਸਤੀਫਾ ਦਿੱਤਾ ਹੋਇਆ ਸੀ। ਅੱਜ ਕੈਬਨਿਟ ਨੇ ਉਹਨੂੰ ਮਨਜ਼ੂਰ ਕਰ ਲਿਆ। ਗਵਰਨਰ ਸਾਹਿਬ ਕੋਲ ਭੇਜਾਂਗੇ, ਜਦੋਂ ਅੱਜ ਹੀ ਸ਼ਾਇਦ ਪਾਸ ਹੋ ਜਾਏਗਾ, ਕੱਲ੍ਹ ਨੂੰ ਅਸੀਂ ਨਵਾਂ ਐਡਵੋਕੇਟ ਜਨਰਲ ਲਗਾਵਾਂਗੇ। ਇਸ ਤੋਂ ਇਲਾਵਾ ਡੀਜੀਪੀ ਦੀ ਜਿਹੜੀ ਪੋਸਟਿੰਗ ਹੈ, ਜਿੰਨੇ 30 ਸਾਲ ਤੋਂ ਉੱਪਰ ਦੇ, ਇਹ ਕਾਨੂੰਨ ਹੈ, ਜਿਨ੍ਹਾਂ ਦੀ 30 ਸਾਲ ਨੌਕਰੀ ਹੋ ਗਈ ਹੈ ਉਹਨਾਂ ਦਾ ਅਸੀਂ ਆਲਰੇਡੀ ਭੇਜ ਚੁੱਕੇ ਸਾਰਿਆਂ ਦੇ ਨਾਮ, ਸਾਤੋਂ ਸਾਰਿਆਂ ਦੇ ਨਾਮ ਮੰਗੇ ਗਏ ਹੈ। ਉਹਨਾਂ ਵਿੱਚੋਂ ਇੱਕ ਪੈਨਲ ਬਣਾ ਕੇ ਕੇਂਦਰ ਸਰਕਾਰ ਭੇਜੇਗੀ। ਉਹ ਪੈਨਲ ਵਿੱਚੋਂ ਅਸੀਂ ਡੀਜੀਪੀ ਨਵਾਂ ਲਗਾਵਾਂਗੇ। ਜਿਹੜਾ ਪੈਨਲ ਆਏਗਾ ਇਹ ਪਹਿਲਾਂ ਤੋਂ ਇੱਕ ਪ੍ਰਿੰਸੀਪਲੀ ਕਲੀਅਰ ਹੋਇਆ। ਸੋ ਮੈਂ ਤੁਹਾਡਾ ਧੰਨਵਾਦੀ ਹਾਂ ਕਿ ਤੁਸੀਂ ਅੱਜ ਇੱਥੇ ਆਏ ਹੋ। ਪੰਜਾਬ ਦੇ ਵੱਡੇ ਐਲਾਨ ਹੋਏ ਹੈ। ਪਰਸੋਂ ਨੂੰ ਸਾਡਾ ਵਿਧਾਨ ਸਭਾ ਦਾ ਸੈਸ਼ਨ ਹੈ, ਉਹਦੇ ਵਿੱਚ ਅਸੀਂ ਬਿਜਲੀ ਸਮਝੌਤਿਆਂ ਬਾਰੇ ਬਿੱਲ ਲੈ ਕੇ ਆਵਾਂਗੇ। ਕਿਸਾਨਾਂ ਬਾਰੇ ਜਿਹੜੇ ਕਾਲੇ ਕਾਨੂੰਨ ਬਣੇ ਉਹਦੇ ਬਾਰੇ ਵਿੱਚ ਰੈਜੂਲੇਸ਼ਨ ਤੇ ਕੁਝ ਬਿੱਲ ਆਉਣਗੇ। ਇਸ ਦੇ ਨਾਲ ਹੀ ਜਿਹੜਾ 50 ਕਿਲੋਮੀਟਰ ਅੰਦਰ BSF ਆਉਣ ਦਾ ਫੈਸਲਾ ਹੈ ਉਹਦੇ ਬਾਰੇ ਵਿੱਚ ਵੀ ਅਸੀਂ ਇਹ ਵਿਧਾਨ ਸਭਾ ਦੇ ਵਿੱਚ ਇਹ ਮਸਲਾ ਰੱਖਾਂਗੇ ਤੇ ਇਹਦੇ ਬਾਰੇ ਰੈਜੂਲੇਸ਼ਨ ਲੈ ਕੇ ਆਵਾਂਗੇ। ਸੋ ਮੈਂ ਧੰਨਵਾਦੀ ਹਾਂ ਆਪਣੇ ਮੰਤਰੀ ਸਾਹਿਬਾਨ ਦਾ, ਸਾਡੀ ਪਾਰਟੀ ਦੇ ਪ੍ਰਧਾਨ ਸਾਹਿਬ ਵੀ ਸਾਡੇ ਵਿਚਕਾਰ ਆਏ ਹੈ, ਉਹਨਾਂ ਦਾ ਵੀ ਮੈਂ ਸਵਾਗਤ ਵੀ ਕਰਦਾ, ਉਹਨਾਂ ਦਾ ਧੰਨਵਾਦ ਵੀ ਕਰਦਾ। ਤੇ ਹੁਣ ਮੈਂ ਪ੍ਰਧਾਨ ਜੀ ਨੂੰ ਬੇਨਤੀ ਕਰਾਂਗਾ। प्यारे दोस्तों, मुख्यमंत्री साहब, मेरे बहुत रिस्पैक्टेड कलीग्स, मैं ਵਧਾਈ ਦਿੰਦਾ CM ਸਾਹਿਬ ਨੂੰ ਕਿ ਮੇਰੀ ਮਨ ਦੀ ਬਹੁਤ ਵੱਡੀ ਤਾਂਘ ਸੀ ਕਿ ਰੇਤੇ ਦੇ ਰੇਟ ਫਿਕਸ ਹੋਣ। ਮੈਂ ਪਹਿਲੇ ਦਿਨ ਤੋਂ ਕਹਿਣਾ, ਜਿਸ ਦਿਨ ਰੇਤੇ ਦੇ ਰੇਟ ਫਿਕਸ ਹੋਣਗੇ ਮਾਫੀਆ ਉਸੇ ਦਿਨ ਮਰ ਜਾਏਗਾ। ਅਗਰ ਤੁਸੀਂ ਸ਼ਰਾਬ ਵੀ ਵੇਚਦੇ ਹੋ, ਬੋਤਲ ਦੇ ਉੱਤੇ ਰੇਟ ਹੁੰਦਾ। ਰੇਟ ਜਦੋਂ ਫਿਕਸ ਨਹੀਂ ਹੁੰਦਾ, ਸਪਲਾਈ ਤੇ 170 ਸਾਲ ਦੀ ਪਈ ਹੈ ਪੰਜਾਬ 'ਚ, ਸਪਲਾਈ ਰੋਕ ਦਿੱਤੀ ਜਾਂਦੀ ਹੈ। ਔਰ ਜਿਹੜੀ ਟਰਾਲੀ ਮੈਂ ਰਿਕਮੈਂਡ ਕਰਦਾ ਸੀਗਾ 1000 ਰੁਪਏ ਨੂੰ, ਕਿਉਂਕਿ ਟਰਾਲੀ ਦਾ ਰੇਟ ਫਿਕਸ ਹੋਣਾ ਚਾਹੀਦਾ। 1200, 1000, 1300, ਉਹ 5000 ਦੀ ਵੀ ਵਿਕੀ ਹੈ, ਉਹ 10000 ਦੀ ਵੀ ਵਿਕੀ ਹੈ। ਔਰ ਇਹ ਸਟੇਟ ਦਾ ਰਿਸੋਰਸ ਹੈ। ਜਿਹੜੀਆਂ ਅਮੈਨਿਟੀਜ਼ ਅੱਜ CM ਸਾਹਿਬ ਦੇ ਰਹੇ ਨੇ, ਇਹ ਵਧਾਈ ਦੇ ਪਾਤਰ ਨੇ, ਪਰ ਇਹਨਾਂ ਅਮੈਨਿਟੀਜ਼ ਨੂੰ ਸਸਟੇਨ ਕਰਨ ਦੇ ਲਈ ਸਟੇਟ ਦੇ ਖਜ਼ਾਨੇ 'ਚ ਬਲ ਚਾਹੀਦਾ। ਇਹ ਤਾਂ ਹੀ ਸਸਟੇਨ ਹੋਣਗੀਆਂ। ਔਰ ਉਹ ਸਸਟੇਨ ਕਰਨ ਦੇ ਲਈ ਮੈਂ ਤੁਹਾਨੂੰ ਅੱਜ ਦਾਅਵੇ ਨਾਲ ਕਹਿਣਾ ਕਿ ਐਜੂਕੇਸ਼ਨ ਦੇ ਜਿੰਨੇ ਧਰਨੇ ਲੱਗ ਰਹੇ ਆ, ਅਗਰ ਸਰਪਲਸ 2000 ਕਰੋੜ ਰੁਪਇਆ, 1500 ਕਰੋੜ ਵੀ ਹੋਵੇ, ਇੱਕ ਧਰਨਾ ਨਹੀਂ ਲੱਗੂਗਾ। ਜਾਓ ਪੁੱਛ ਲਓ। ਇਸ ਕਰਕੇ ਇਹ ਜਿਹੜੀ ਫਾਈਨੈਂਸ਼ੀਅਲ ਸਟੈਬਿਲਿਟੀ ਹੈ, ਇਹਦੇ ਲਈ ਚਾਹੇ ਸ਼ਰਾਬ ਦੀ ਪਾਲਿਸੀ ਹੋਵੇ, ਚਾਹੇ ਰੇਤੇ ਦੀ ਪਾਲਿਸੀ ਹੋਵੇ, ਇਹ ਬਹੁਤ ਜ਼ਰੂਰੀ ਹੈ। ਔਰ ਅੱਜ CM ਨੇ ਪਹਿਲੀ ਪੌੜੀ ਚੜੀ, ਇੱਕ ਐਸਾ ਇਤਿਹਾਸ ਰਚਿਆ ਕਿ ਪਹਿਲੀ ਵਾਰ ਅੱਜ ਇਹ ਹੋਇਆ
ਕਿ ਜੀ ਰੇਤੇ ਦਾ ਰੇਟ ਫਿਕਸ ਹੋਊਗਾ। ਹਾਲਾਂਕਿ ਮੈਂ ਇਹਨੂੰ ਬਹੁਤ ਅੱਗੇ ਲਿਜਾਣਾ ਚਾਹੁੰਦਾ, ਸਟਾਕਯਾਰਡ ਬਣਾਉਣਾ ਚਾਹੁੰਦਾ। ਔਰ ਇੱਕ ਗੱਲ ਸਾਰੀ ਦੁਨੀਆ ਸਮਝੇ, ਮੈਂ ਡੰਕੇ ਦੀ ਚੋਟ ਤੇ ਕਹਿਣਾ, ਮੇਰਾ ਬਹੁਤ ਅਧਿਐਨ ਹੈ ਇਹਦੇ ਉੱਤੇ, ਕਿਉਂਕਿ ਮੈਂ ਜਾਣਦਾ ਕਿ ਪੰਜਾਬ ਦੀ ਸਰਵਾਈਵਲ ਇਹਦੇ ਨਾਲ ਜੁੜੀ ਹੋਈ ਹੈ। ਉਹ ਕੀ ਹੈ ਕਿ there is nothing called the sand mafia, it is the transport mafia। ਰੇਤਾ ਬੁੱਕਲ 'ਚ ਨਹੀਂ ਕੋਈ ਲਿਜਾ ਸਕਦਾ, ਰੇਤਾ ਟਰੱਕਾਂ 'ਚ ਜਾਂਦਾ ਹੈ। ਔਰ ਅਗਰ ਸਟਾਕ ਯਾਰਡ 'ਚੋਂ ਸਰਕਾਰੀ ਟਰੱਕਾਂ ਦੇ ਵਿੱਚ ਜਾਏਗਾ ਤੇ ਉਹ ਸਰਕਾਰੀ ਟਰੱਕ ਦਾ ਰੰਗ ਹੋਏਗਾ। ਇਹ ਨਹੀਂ ਆ ਵੀ ਛੋਟੀ ਜੀ ਸੜਕ ਦੇ ਉੱਤੇ ਜਿਹੜਾ ਮਰਜ਼ੀ ਟਿੱਪਰ ਦੜਾਤਾ, ਤੇ ਫਿਰ ਉਹਦੀ ਚੈਕਿੰਗ ਹੋ ਸਕਦੀ ਹੈ। ਰੇਟ, ਵੇਟ ਤੇ ਡੇਟ 2015 ਦੇ ਵਿੱਚ ਨੋਟੀਫਿਕੇਸ਼ਨ ਹੋਈ ਅਕਾਲੀ ਸਰਕਾਰ 'ਚ ਕਿ ਜਿਹੜੇ ਟਰੱਕ ਤੇ ਡੇਟ, ਰੇਟ ਔਰ ਵੇਟ ਨਹੀਂ ਹੈ ਉਹਨੂੰ ਇੰਪਾਊਂਡ ਕੀਤਾ ਜਾਏ। 7 ਸਾਲਾਂ 'ਚ ਦੱਸੋ ਕਿੰਨੇ ਟਰੱਕ ਇੰਪਾਊਂਡ ਹੋਇਆ? ਦੱਸੋ, ਇੱਕ ਹੋਇਆ ਹੋਵੇ ਤਾਂ ਦੱਸੇ। ਬਾਹਰੋਂ ਟਰੱਕ ਆਉਂਦਾ, ਪਠਾਨਕੋਟ ਤੋਂ ਟਰੱਕ ਆਉਂਦਾ, ਗੁੰਡਾ ਟੈਕਸ ਲਿੱਤਾ ਜਾਂਦਾ ਉਹਨਾਂ ਤੋਂ 5000, ਕਿਸੇ ਤੋਂ 7000, ਅਗਲਾ 25000 26000 ਦਾ ਟਰੱਕ ਲੈ ਕੇ ਆਉਂਦਾ ਬਾਹਰੋਂ, ਤੇ ਇੱਥੇ 15000 ਦਾ ਵੇਚਦਾ ਹੈ। ਠੀਕ ਹੈ, ਉਹ ਫਿਰ ਪ੍ਰੋਫਿਟ ਚਾਹੁੰਦਾ, ਤੇ ਕਿਉਂ ਨਾ ਉਹ 7000 GST ਦੇ ਰੂਪ ਦੇ ਵਿੱਚ ਅਸੀਂ ਐਕਸੈਪਟ ਕਰੀਏ ਬਈ, ਤੇ 300 ਕਰੋੜ ਰੁਪਇਆ ਸਾਲ ਕਿਉਂ ਨਾ ਲਵਾਈਏ। ਇਸੇ ਤਰ੍ਹਾਂ ਜਿਸ ਤਰ੍ਹਾਂ ਮੈਂ ਰੇਤੇ ਦੀ ਗੱਲ ਕਰ ਰਿਹਾ, ਜਿੱਦਣ ਰੇਤੇ ਦੇ ਰੇਟ ਫਿਕਸ ਹੋ ਗਏ 170 ਸਾਲ ਦਾ, ਤੁਹਾਨੂੰ ਮੈਂ ਉਦਾਹਰਣ ਦੇ ਰਿਹਾ, ਚੈੱਕ ਕਰੋ। ਅਕਾਲੀ ਸਰਕਾਰ ਨੇ ਇੱਕ ਸਾਲ ਦੇ ਵਿੱਚ ਲਗਾਤਾਰ 10 ਸਾਲ ਚੋਰੀ ਦੀ ਇੰਤਹਾ ਦੇਖੋ, ਲਗਾਤਾਰ 10 ਸਾਲ, ਹਰ ਸਾਲ ਐਵਰੀ ਈਅਰ 40 ਕਰੋੜ ਰੁਪਈਆ ਜਮ੍ਹਾਂ ਕਰਾਇਆ ਇੱਕ ਸਾਲ ਦਾ, ਤੇ ਤੇਲੰਗਾਨਾ ਇੱਕ ਹਫ਼ਤੇ 'ਚ 47 ਕਰੋੜ ਰੁਪਈਆ ਕਮਾਉਂਦਾ ਇੱਕ ਦਰਿਆ ਤੋਂ। ਲਓ ਜਿੱਥੇ ਮਰਜ਼ੀ ਬਹਾ। ਇਹ ਕੀ ਹੈ? ਇਹ ਚੋਰੀ ਨਹੀਂ ਹੈ, ਇਹ ਚੋਰੀ ਤੋਂ ਬਹੁਤ ਅੱਗੇ ਵਾਲੀ ਚੀਜ਼ ਹੈ। 2400 ਕਰੋੜ ਰੁਪਈਆ ਤੇਲੰਗਾਨਾ ਨੇ 2014 ਚੋਂ ਉਹ ਅੱਡ ਹੁੰਦੇ ਨੇ ਆਂਧਰਾ ਪ੍ਰਦੇਸ਼ ਤੋਂ, ਤੇ ਪਹਿਲੇ 3.5 ਸਾਲਾਂ ਦੇ ਵਿੱਚ 2400 ਕਰੋੜ ਰੁਪਈਆ ਕਮਾਉਂਦੇ ਨੇ, ਤੇ ਅਕਾਲੀ ਸਰਕਾਰ 10 ਸਾਲਾਂ ਦੇ ਵਿੱਚ 400 ਕਰੋੜ ਰੁਪਈਆ ਜਮ੍ਹਾਂ ਕਰਾਉਂਦੀ ਹੈ। 4 ਦਰਿਆ, 1300 ਕਿਲੋਮੀਟਰ ਦਰਿਆ, ਤੇ 40 ਕਰੋੜ ਰੁਪਈਆ ਸਾਲ, ਤੇ ਤੇਲੰਗਾਨਾ 300 ਕਿਲੋਮੀਟਰ ਦਰਿਆ ਤੇ 47 ਕਰੋੜ ਰੁਪਈਆ ਹਫ਼ਤੇ ਦਾ। ਕੋਈ ਮੇਲ ਹੈ? ਇਹ ਸਟੇਟ ਦੇ ਰਿਸੋਰਸਿਸ ਨੇ ਸਾਹਿਬ, ਇਹ ਸਟੇਟ ਦੇ ਰਿਸੋਰਸਿਸ ਨੇ। ਇਹ ਜਦ ਤੱਕ ਖਜ਼ਾਨੇ 'ਚ ਨਹੀਂ ਆਉਣਗੇ, ਔਰ ਮੈਂ ਵਿਸ਼ਵਾਸ ਦਿਵਾਉਣਾ ਤੁਹਾਨੂੰ ਕਿ ਇਸੇ ਸਹਿਯੋਗ ਦੇ ਨਾਲ, ਇੱਕ ਪਾਲਿਸੀ ਨਾਲ ਬੈਠ ਕੇ ਆਪਣੇ ਕੋਲੀਗਸ ਦੇ ਸਹਿਯੋਗ ਦੇ ਨਾਲ 500 ਵਾਅਦੇ ਨਹੀਂ ਹੋਣੇ ਐਤਕੀ। ਇੱਕ ਰੋਡ ਮੈਪ ਹੋਏਗਾ, ਛੋਟਾ ਰੋਡ ਮੈਪ ਹੋਏਗਾ, ਔਰ ਵਾਅਦਿਆਂ ਨੂੰ ਕਟੇਲ ਕਰਕੇ ਉਨੇ ਹੀ ਰੱਖਾਂਗੇ ਜਿਹੜੇ ਵਿਸ਼ਵਾਸ ਦੇ ਪਾਤਰ ਹੋਣ। ਨਵਜੋਤ ਸਿੰਘ ਸਿੱਧੂ ਅਗਰ ਸੱਤਾ ਹੰਡਾਉਣੀ ਹੁੰਦੀ, ਕੁਰਸੀਆਂ ਹੀ ਹੰਡਾਉਣੀਆਂ ਹੁੰਦੀਆਂ, ਤੇ ਪੰਜਾਬ ਖਾਤਰ ਨਾ ਲੜਦਾ। ਫਿਰ ਜਿਹੜੀ ਮੇਰੀ ਲੜਾਈ ਹੈ ਉਹ ਕੋਈ ਨਿੱਜੀ ਲੜਾਈ ਨਹੀਂ, ਇਹ ਰੇਤੇ ਦੀ ਲੜਾਈ ਵੀ ਮੇਰੀ ਕੋਈ ਨਿੱਜੀ ਲੜਾਈ ਨਹੀਂ। ਅੱਜ ਮਾਹੌਲ ਬਦਲਿਆ, ਇੱਕ ਬਦਲਾਵ ਦੀ ਪਰਿਸਥਿਤੀ ਹੈ, ਲੇਕਿਨ ਇਹਨੂੰ ਪੱਕੇ ਪੈਰ ਅਗਰ ਸਸਟੇਨ ਕਰਨਾ ਅਸੀਂ 5 ਸਾਲ, ਤੇ ਇਹਨਾਂ ਰਿਸੋਰਸਿਸ ਨੂੰ ਸਾਨੂੰ ਯੂਟਿਲਾਈਜ਼ ਕਰਨਾ ਪਏਗਾ। ਔਰ ਆਉਣ ਵਾਲਾ ਸਮਾਂ ਸਾਡਾ ਚੋਖਾ ਹੀ ਚੋਖਾ। ਇਸ ਗੱਲ ਦੇ ਉੱਤੇ ਮੈਂ ਪਹਿਰਾ ਦਿੰਦਾ ਰਹੂੰਗਾ। ਔਰ ਮੇਰਾ ਪਾਰਟੀ ਵੱਲੋਂ ਇਹ ਜੋ ਇਹਨਾਂ ਨੇ ਕਿਹਾ ਕੱਲ ਕੈਬਨਿਟ ਦੇ ਵਿੱਚ ਅਗਰ ਡਿਸੀਜਨ ਹੁੰਦੇ ਆ, ਮੇਰਾ ਪਾਰਟੀ ਵੱਲੋਂ 110% ਸਹਿਯੋਗ, ਨਾਲੇ ਚੀਫ ਮਿਨਿਸਟਰ ਨੂੰ, ਨਾਲੇ ਸਾਰਿਆਂ ਨੂੰ, ਇਹਦੇ 'ਚ ਕੋਈ ਸ਼ੱਕ। बहुत बहुत धन्यवाद जी सर। हाँ जी, हाँ बोलो 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 बोलो, जुग जुग जियो मेरे प्यारे, बोलो। जे प्रेस ते सरकार ते ओपोजिशन सारे जाने सूबे वास्ते तकड़े होके काम करिए। तुसी चौथा पिलर हो, थोड़े सहयोग और थोड़िया ਜਿਹੜੀਆਂ ਆਲੋਚਨਾਵਾਂ ਦੋਨੋਂ ਚਾਹੀਦੀਆਂ, ਕਿਉਂਕਿ ਤੁਸੀਂ ਆਲੋਚਨਾ ਨਹੀਂ ਕਰੋਗੇ ਮੈਨੂੰ ਸਮਝ ਨਹੀਂ ਆਏਗੀ ਕਿ ਮੈਂ ਕਿੱਥੇ ਗਲਤ ਹਾਂ।
ਮੈਂ ਆਲੋਚਨਾ ਨੂੰ ਹਮੇਸ਼ਾ ਵੈਲਕਮ ਕਰਦਾ। ਇਹ ਠੀਕ ਹੈ ਕਿ ਸਾਡੇ ਕੰਮ ਦੇ ਵਿੱਚ ਆਲੋਚਨਾ ਹੈ ਨਹੀਂ ਹੋ ਰਹੀ। ਇਹ ਗੱਲ ਜ਼ਰੂਰ ਹੈ, ਤੁਹਾਡੇ ਕੋਲ ਸਮਾਂ ਬੜਾ ਘੱਟ ਹੈ। ਸਿੱਧੂ ਸਾਹਿਬ ਵੀ ਥੋੜਾ ਕਹਿੰਦੇ ਕਦੀ ਲੱਗਦਾ ਆਪੋਜੀਸ਼ਨ ਦਾ ਰੋਲ ਨਿਭਾ ਰਹੇ, ਕਦੀ ਕਰਨਾ ਚਾਹੀਦਾ। ਪਾਰਟੀ ਸੁਪਰੀਮ ਹੈ, ਬਿਲਕੁਲ ਸਰ। ਪਾਰਟੀ ਦੀਆਂ ਆਈਡੀਓਲੋਜੀ ਨੂੰ ਅਸੀਂ ਇੰਪਲੀਮੈਂਟ ਕਰਨਾ ਐਂਡ ਵੀ ਆਰ ਹੇਅਰ ਟੂ ਇੰਪਲੀਮੈਂਟ देयर ਆਈਡੀਓਲੋਜੀ। ਨਿੱਜੀ ਕੋਈ ਹੈ ਨਹੀਂ ਉਹਨਾਂ ਨੇ ਸਰਕਾਰੀ। ਸਰ ਇੱਕ ਤਾਂ ਜਿਹੜੀ ਮਾਫੀਆ ਦੀ ਗੱਲ ਚੱਲਦੀ ਪਈ ਹੈ, ਮੈਂ ਫਿਰ ਨਾਮ ਵੀ ਲੈ ਦਿੰਦਾ ਕਿ ਰੋਪੜ ਦੇ ਵਿੱਚ ਸਰ ਕਈ ਖੱਡਾਂ ਇਦਾਂ ਕੋ ਰੋਪੜ ਦੇ ਵਿੱਚ ਆ, ਬਾਕੀ ਹੈ ਜਿਹੜੀ ਲੀਗਲਾਈਜ਼ ਖੱਡ ਹੈ ਉਹ ਚੱਲਦੀ ਨਹੀਂ ਹੈ। ਜਿਹੜੇ ਪੋਲੀਟੀਸ਼ੀਅਨ ਹੈ ਜਾਂ ਸਾਡੇ ਸਪੋਕਰ ਜਿਹੜੇ ਸਾਡੇ ਕੋਈ ਲੀਡਰਸ ਨੇ ਉਹਨਾਂ ਦੀ ਸ਼ਹਿਰ ਨਾਲ ਚੱਲਦੀ ਹੈ। ਜਿਹੜੀ ਲੀਡਰ ਜਿਵੇਂ ਆਮ ਰੋਪੜ ਦੇ ਵਿੱਚ ਇੱਕ ਟੌਪ ਲੀਡਰ ਸਾਡੇ ਸੱਤਾ ਰੂਟ ਦੇ ਵਿੱਚ ਨਾਮ ਵੱਜਦਾ ਹੈ, ਉਹ ਸਰ ਕੀ ਜਿਹੜੀਆਂ ਲੀਗਲਾਈਜ਼ ਜਿਹੜੀਆਂ ਰੁਕੀਆਂ ਹੋਈਆਂ ਇਲੀਗਲ ਚੱਲਦੀਆਂ ਪਈਆਂ ਨੇ, ਉਹ ਉਹਦੇ ਵਾਸਤੇ ਕੋਈ ਮੈਕੈਨਿਜ਼ਮ ਕੋਈ? ਸਰ ਤੁਸੀਂ ਮੈਨੂੰ ਦੱਸੋ 9 ਰੁਪਏ ਤੇ ਘੱਟ ਜੇ ਇੱਕ ਵੀ ਇਲੀਗਲ ਚੱਲਣ ਨਹੀਂ ਦਵਾਂਗਾ। ਨੰਬਰ 1 ਹੁਣ 5.5 ਤੋਂ 1 ਪੈਸਾ ਵੱਧ ਨਹੀਂ ਵਿਗੜ ਦਵਾਂਗਾ। ਜਾਂ ਪੈਸਾ ਸਰਕਾਰ ਨੂੰ ਆਏਗਾ ਜਾਂ ਲੋਕਾਂ ਨੂੰ ਜਾਏਗਾ, ਇਹਦੇ ਵਿੱਚ ਕਿਤੇ ਨਹੀਂ। ਤੁਸੀਂ ਇਹਨਾਂ ਨੇ ਉਹਨੇ ਟਰਾਲੀ ਦੀ ਗੱਲ ਕਰੀ ਹੈ, ਜਿਹੜਾ ਮੈਂ ਅੱਜ ਰੇਟ ਦਿੱਤਾ ਮੇਰੀ ਆਪਣੀ ਸਰਕਾਰ ਨੇ, ਸਾਡੀ ਪਾਰਟੀ ਦੀ ਸਰਕਾਰ ਨੇ 5.5 ਰੁਪਏ, ਉਹਦੇ ਨਾਲ 800 ਰੁਪਏ ਦੀ ਟਰਾਲੀ ਭਰਦੀ। ਅੱਜ ਤੱਕ ਕਦੇ ਸੁਣਿਆ 800 ਰੁਪਏ ਦੀ ਟਰਾਲੀ ਭਰ ਜਾਏਗੀ ਰੇਤੇ ਦੀ? ਔਰ ਇਹਦੇ ਵਿੱਚ ਭਰਾਈ ਵੀ ਹੈ, ਇਹਦੇ ਵਿੱਚ ਚੁਕਾਈ ਵੀ ਹੈ, ਇਹਦੇ ਵਿੱਚ ਠੇਕੇਦਾਰ ਜ਼ਿਮੀਦਾਰ ਦੇ ਪੈਸੇ ਵੀ ਹੈ। ਅਗਲਾ ਆਵੇ, ਮੈਂ ਕਹਿੰਦਾ ਜੀ ਤੁਸੀਂ ਇਹ ਦਰਿਆ ਦਾ ਰੇਟ ਹੈ, ਕੋਈ ਬੰਦਾ ਆਪਣੀ ਟਰਾਲੀ ਲਿਆ ਕੇ ਭਰਾ ਲਵੇ, ਕੋਈ ਆਪਣਾ ਟਰੱਕ ਲਿਆ ਕੇ ਭਰਾ ਲਵੇ। ਟਰਾਂਸਪੋਰਟ ਜੇ ਜ਼ਿਆਦਾ ਪੈਸੇ ਲੈਂਦਾ ਆਪਣਾ ਟਰੱਕ ਕਰਕੇ ਲਿਆਓ, ਅਸੀਂ ਤਾਂ ਤੁਹਾਨੂੰ ਭਰ ਕੇ ਦੇਣਾ, ਭਰ ਕੇ ਵੀ ਦੇਵਾਂਗੇ। ਜੇ ਅਗਲਾ ਆਪਣੀ ਜੇਸੀਬੀ ਨਾਲ ਭਰਦਾ ਆ ਕੇ ਤਾਂ 1 ਰੁਪਿਆ ਸੈਂਕੜਾ ਭਰਾਈ ਦਾ ਰੇਟ ਹੈ ਉਹ ਘੱਟ ਹੋ ਜਾਏਗਾ। ਸੋ ਬਹੁਤ ਹੀ ਲਿਬਰਲ ਔਰ ਲੋਕਾਂ ਦੇ ਪੱਖੀ ਐਸੀ ਪਾਲਿਸੀ ਲੈ ਕੇ ਆਏ ਹੈ। ਲੇਕਿਨ ਫਿਰ ਮੈਂ ਕਹਿੰਦਾ ਕਿ ਸਾਡੀ ਪਾਰਟੀ ਦਾ ਵਿਜ਼ਨ ਹੈ ਜਿਹੜਾ ਉਹ ਆਉਣ ਵਾਲੇ ਸਮੇਂ 'ਚ ਅਸੀਂ ਲਾਗੂ ਕਰਾਂਗੇ ਔਰ ਨਵੀਂ ਪਾਲਿਸੀ ਜਿਹੜੀ ਅਸੀਂ ਇੱਕ ਵਿਜ਼ਨ ਦੇਵਾਂਗੇ ਤੇ ਕੋਈ ਖੱਡ ਐਸੀ ਇਲੀਗਲ ਚੱਲਣ ਨਹੀਂ ਦੇਵਾਂਗੇ। ਠੀਕ ਹੈ, ਪਿਛਲੇ ਸਮੇਂ 'ਚ ਜਿਹੜਾ ਕੁਝ ਹੋਇਆ ਤੁਹਾਨੂੰ ਵੀ ਪਤਾ ਹੈ, ਕੌਣ ਮਜੀਠੀਆ ਸੀ, ਕੌਣ ਸੀ, ਕਿੱਥੇ ਕਿੱਥੇ ਕਿਸ ਤਰ੍ਹਾਂ ਚੱਲਦਾ ਰਿਹਾ। ਇਹੀ ਇੱਥੇ ਸੁਖਵੀਰ ਸੀਗਾ, ਇਹੀ ਕੁਝ ਇੱਥੇ ਹੋਇਆ। ਲੇਕਿਨ ਭਰਾਵੋ ਇੱਕ ਗੱਲ ਦੱਸ ਦੇਣਾ, ਹੁਣ ਲੋਕਾਂ ਦੀ ਸਰਕਾਰ ਹੈ। ਮੈਂ ਲੋਕਾਂ ਨੂੰ ਕਹਿ ਦੇਣਾ ਕਿ ਆਪਣਾ ਮੋਬਾਈਲ ਲੈ ਕੇ ਖੜ ਜਾਓ, ਉੱਥੇ ਮੇਰੇ ਨੌਜਵਾਨ ਮੁੰਡੇ ਖੜਨਗੇ। ਪੁਲਿਸ ਵਾਲਿਆਂ ਨੂੰ ਕਹਿਤਾ ਜਾਂ ਤੁਸੀਂ ਨਹੀਂ ਜਾਂ ਮੈਂ ਨਹੀਂ। ਨੌਜਵਾਨ ਮੁੰਡਾ ਇੱਕ ਮੈਨੂੰ ਕੋਈ ਵੀਡੀਓ ਪਾ ਦੇਵੇ ਕਿ ਜੀ ਨੇ ਮੇਰੇ 5.5 ਨਹੀਂ 5 ਰੁਪਏ 60 ਪੈਸੇ ਲਏ, ਜਾਂ ਉਹ ਨਹੀਂ ਆ ਮੈਂ ਨਹੀਂ। ਬਹੁਤ ਧੰਨਵਾਦ। ਮੈਂ ਇੱਕ ਮਿੰਟ ਇਸ ਗੱਲ ਦਾ ਜਵਾਬ ਦੇਣਾ, ਇਸ ਗੱਲ ਦਾ ਜਵਾਬ ਦੇਣਾ, ਮੈਂ ਤੁਹਾਨੂੰ ਜਵਾਬ ਦੇਣਾ। ਮੈਂ ਦੇਖੋ ਰੋਪੜ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਨਿੱਜੀ ਤੌਰ ਦੇ ਉੱਤੇ ਇਹ ਤੁਸੀਂ ਤਹਿਕੀਕਾਤ ਕਰੋ, ਜੇ ਪ੍ਰੂਫ ਹੈਗਾ ਤਾਂ ਦਿਓ, ਠੀਕ ਹੈ। ਮੈਂ ਤੁਹਾਨੂੰ ਇੰਨਾ ਕਹਿਣਾ ਚਾਹੁੰਦਾ ਔਰ ਡੰਕੇ ਦੀ ਚੋਟ ਤੇ ਕਹਿਣਾ ਚਾਹੁੰਦਾ, ਇਹ ਜੋ ਕੁਝ ਸ਼ਰਾਬ 'ਚ ਹੋਇਆ, ਜੋ ਕੁਝ ਰੇਤੇ 'ਚ ਹੋਇਆ, ਇਹ ਇੱਕ ਕਾਰਟਲ ਕਰਕੇ ਹੋਇਆ। ਕਾਰਟਲ ਠੇਕੇਦਾਰੀ 'ਚ ਬਣਦਾ। ਜਿੱਥੇ ਜਿੱਥੇ 35,000 ਕਰੋੜ ਰੁਪਏ ਕਮਾਏ ਗਏ, ਜਿੱਥੇ ਜਿੱਥੇ 3 ਸਾਲਾਂ ਦੇ ਵਿੱਚ 2,500 ਕਰੋੜ ਰੁਪਏ ਕਮਾਏ ਗਏ 300 ਕਿਲੋਮੀਟਰ ਦਰਿਆ ਚੋਂ, ਉੱਥੇ ਸਟੇਟ ਓਨਡ ਸੀ, ਉਹ ਉੱਥੇ ਕਾਰਪੋਰੇਸ਼ਨ ਸੀ। ਮੈਂ ਤੁਹਾਡੀ ਗੱਲ ਦਾ ਜਵਾਬ ਦੇ ਰਿਹਾ। ਸਵਾਲ ਇਹ ਹੈ ਕਿ ਮਹਾਰਾਜ ਪਾਪੀ ਨਹੀਂ ਮਾਰਨੇ, ਪਾਪ ਮਾਰਨਾ। ਇੱਕ ਸਿਸਟਮ ਐਸਾ ਹੈ ਜਿਹੜਾ ਕਹਿੰਦਾ ਆ ਹੁਣ ਮੇਰੇ ਨਾਲ ਰਲ, ਜਦੋਂ ਤੂੰ ਚੋਰ ਹੋ ਗਿਆ ਤੇ ਤੈਨੂੰ ਨਾਲ ਰਲਾਵਾਂਗਾ। ਸੁਣੋ ਮੈਂ ਮੇਰੀ ਗੱਲ ਪੂਰੀ ਕਰਨੇ ਮਿੱਤਰਾ, ਪੂਰੀ ਕਰਨੇ। ਸਿਸਟਮ ਜਦੋਂ ਉਹ ਹੋਇਆ ਸਟੇਟ ਓਨਡ, ਚਾਹੇ ਸ਼ਰਾਬ ਹੋਵੇ ਤੇ ਚਾਹੇ ਰੇਤਾ ਹੋਵੇ, ਕਿਸੇ ਦਾ ਵਾਸੀ ਨਹੀਂ ਚੱਲਣਾ, ਕਿਉਂਕਿ ਉਹ ਸੂਬੇ ਦਾ। ਫਿਰ ਸ਼ਰਾਬ ਦੀ ਬੋਤਲ ਵੀ ਜੇ ਅੱਧਾ ਕਿਲੋਮੀਟਰ ਤੁਰੀ ਤੇ ਪਤਾ ਲੱਗੂ, ਉੱਤੇ ਚਿੱਪ ਲੱਗੀ ਹੋਊ। ਇਹ ਨਹੀਂ ਹੈ ਵੀ ਰਾਤ ਨੂੰ ਕਦੇ ਕਿੱਧਰ ਨੂੰ ਚਲੀ ਗਈ ਤੇ ਕਦੇ ਕਿੱਧਰ ਨੂੰ ਚਲੀ ਗਈ ਤੇ ਕਦੇ ਕਿਹਦੇ ਦਾ ਤੇ ਕਦੇ ਕਿਸੇ ਦਾ।